अस्सलाम वालेकुम या साहिबुल असर व ज़मान बफ़िज़ान मुर्शद अब्द हैदर मौला मूसा काज़म दी शहादत ते उन्हां दे शियां दी बेवफाई। मौला मूसा काज़म दा कातल कौन सी? ਇਹ ਇੱਕ ਮੁਸਲਮਾਨਾਂ ਦੀ ਬੜੀ ਹੀ ਬਰਗਜ਼ੀਦਾ ਹਸਤੀ, ਇਬਾਦਤਗੁਜ਼ਾਰ ਹਸਤੀ, ਬੜੀ ਨੇਕ, ਠੀਕ ਹੈ ਨਾ, ਪਾਰਸਾ ਹਸਤੀ, ਅਬਾਸੀ ਖਲੀਫਾ ਹਾਰੂਨ ਰਸ਼ੀਦ, ਇਹ ਸੀ ਜਨਾਬੇ ਮੂਸਾ ਕਾਜ਼ਮ ਦਾ ਕਾਤਲ। ਘੱਟੋ ਘੱਟ 14 ਸਾਲ ਤੇ ਇਹਨਾਂ ਨੇ ਕੈਦ ਵਿੱਚ ਰੱਖਿਆ ਇਹਨੇ ਜਨਾਬੇ ਮੂਸਾ ਕਾਜ਼ਮ ਨੂੰ, ਬੜੇ ਹੀ ਬੁਰੇ ਸਲੂਕ ਨਾਲ, ਬੜੇ ਹੀ, ਸ਼ਾਇਦ ਕਿ ਉਸ ਦੌਰ ਦੇ ਵਿੱਚ ਕਿਸੇ ਹੋਰ ਕੈਦੀ ਨੂੰ ਵੀ ਐਡੇ ਬੁਰੇ ਸਲੂਕ ਨਾਲ ਰੱਖਿਆ ਹੋਵੇ। ਐਡਾ ਬੁਰਾ ਸਲੂਕ ਨਾਲ ਕੈਦ ਦੇ ਵਿੱਚ ਰੱਖਿਆ ਗਿਆ ਤੇ ਆਖਿਰਕਾਰ ਜ਼ਹਿਰ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਮੇਰਾ ਮੁਸਲਮਾਨਾਂ ਤੋਂ ਇਹ ਸਵਾਲ ਹੈ ਕਿ ਆਖਿਰ ਇਮਾਮ ਮੂਸਾ ਕਾਜ਼ਮ ਦਾ ਗੁਨਾਹ ਕੀ ਸੀ? ਕਿਸ ਵਜ੍ਹਾ ਤੋਂ ਇਹਨਾਂ ਨੂੰ ਕੈਦ ਕੀਤਾ ਗਿਆ? ਕੀ ਕਰਦੇ ਸੀ? ਕੋਈ ਸ਼ਰਾਬ ਵੇਚਦੇ ਸੀ? ਕੀ ਕੋਈ ਗਲਤ ਕੰਮ ਕਰਦੇ ਸੀ? ਜੂਆ ਕਰਾਉਂਦੇ ਸੀ? ਕਿਸ ਜੁਰਮ ਦੇ ਵਿੱਚ ਇਹਨਾਂ ਨੂੰ ਕੈਦ ਕੀਤਾ ਗਿਆ? ਬਸ ਮੈਨੂੰ ਗੁਨਾਹ ਦੱਸਣਾ ਤੁਸੀਂ, ਦੀਨ ਤੋਂ ਇਲਾਵਾ, ਦੀਨ ਦੇਣ ਤੋਂ ਇਲਾਵਾ ਮੈਨੂੰ ਕੋਈ ਗੁਨਾਹ ਦੱਸਣਾ ਹੈ ਕਿ ਇਹਨਾਂ ਦਾ ਕੀ ਗੁਨਾਹ ਸੀ ਜਿਸ ਵਜ੍ਹਾ ਤੋਂ ਇਹਨਾਂ ਨੂੰ ਕੈਦ 'ਚ ਰੱਖਿਆ ਗਿਆ ਤੇ ਐਡੇ ਬੁਰੇ ਸਲੂਕ ਕਰਕੇ ਆਖਿਰਕਾਰ ਜ਼ਹਿਰ ਦੇ ਕੇ ਸ਼ਹੀਦ ਕਰਨਾ ਪਿਆ। ਆਖਿਰ ਇਹ ਸਲੂਕ ਕਿਉਂ ਕੀਤਾ ਗਿਆ? ਆਖਿਰ ਇਹ ਫਿਰ ਐਡੀ ਨੇਕ ਪਾਰਸਾ ਹਸਤੀ ਵੀ ਕਿਉਂ ਫਿਰ ਬਣੇ? ਓਏ ਹੋਏ, ਮੈਨੂੰ ਇਹ ਜਵਾਬ ਦੇਣਾ ਹੈ। ਇਹ ਹਰ ਉਹ ਨੇਕ ਜਿਹੜਾ ਮੁਸਲਮਾਨ ਹੈ, ਇਨਸਾਫ ਕਰਨ ਵਾਲਾ, ਮੇਰਾ ਉਹਦੇ ਤੋਂ ਸਵਾਲ ਹੈ। ਅਗਲਾ ਸਵਾਲ ਮੇਰਾ ਸ਼ੀਆਂ ਤੋਂ ਆ ਕਿ ਉਹਨਾਂ ਨੇ ਆਪਣੇ ਇਮਾਮ ਦੀ ਰਿਹਾਈ ਵਾਸਤੇ ਕੀ ਇਕਦਾਮਾਤ ਕੀਤੇ, ਕੀ ਕੰਮ ਕੀਤੇ। ਹਾਲਾਂਕਿ ਮਜਾਲਸ ਵੀ ਹੁੰਦੀਆਂ ਰਹੀਆਂ, 13 ਰਜਬ ਦੇ ਜਸ਼ਨ, 3 ਸ਼ਬਾਨ, 4 ਸ਼ਬਾਨ, ਸਾਰੇ ਜਸ਼ਨ ਵੀ ਹੁੰਦੇ ਰਹੇ, ਅਜ਼ਾਦਾਰੀਆਂ ਵੀ ਹੁੰਦੀਆਂ ਰਹੀਆਂ, ਰੋਂਦੇ ਵੀ ਰਹੇ, ਬੜਾ ਕੁਛ ਕਰਦੇ ਰਹੇ, ਪਰ ਆਪਣੇ ਵਕਤ ਦੇ ਇਮਾਮ ਜਨਾਬੇ ਮੂਸਾ ਕਾਜ਼ਮ ਵਾਸਤੇ ਕੀ ਕੀਤਾ? ਹੱਤਾ ਕਿ ਉਹਨਾਂ ਦਾ ਖੁਮਸ ਵੀ ਆਪਸ ਵਿੱਚ ਵੰਡ ਕੇ ਖਾਂਦੇ ਰਹੇ, ਪਰ ਆਪਣੇ ਇਮਾਮ ਤੱਕ ਨਾ ਪਹੁੰਚਾਇਆ। ਇਮਾਮ ਤੇ ਇੰਨੀ ਗੁਰਬਤ, ਇੰਨੀ ਮੁਸੀਬਤ, ਆਪਣੇ ਇਮਾਮ ਤੋਂ ਗਾਫਲ ਰਹੇ। ਜੀ ਇਹ ਸਈਦਾ ਦਾ ਹੱਕ ਹੈ ਖੁਮਸ, ਉਹ ਸਈਦਾ ਦਾ ਹੱਕ ਕਿੱਥੋਂ ਆ ਗਿਆ ਖੁਮਸ? ਜਿਸ ਦੇ ਸਈਦ ਤੇ ਖੁਦ ਵਾਜਿਬ ਹੈ ਖੁਮਸ ਅਦਾ ਕਰਨਾ, ਉਹਦੇ ਤੇ ਖੁਮਸ ਕਿੱਥੋਂ ਲੱਗ ਜਾਂਦਾ ਹੈ? ਲੇਕਿਨ ਖੁਮਸ ਵੀ ਮੌਲਾ ਤੱਕ ਨਾ ਪਹੁੰਚਾਇਆ, ਆਪਣੇ ਵਕਤ ਦੇ ਇਮਾਮ ਤੱਕ, ਅਜ਼ਾਦਾਰੀਆਂ ਵੀ ਕੀਤੀਆਂ, ਸਾਰਾ ਕੁਛ ਕੀਤਾ, ਲੇਕਿਨ ਅਗਰ ਰੁਕੇ ਤੇ ਸਿਰਫ ਕਿੱਥੋਂ ਰੁਕੇ? ਆਪਣੇ ਵਕਤ ਦੇ ਇਮਾਮ ਦੀ ਨੁਸਰਤ ਤੋਂ, ਆਪਣੇ ਵਕਤ ਦੀ। ਹਾਰੂਨ ਰਸ਼ੀਦ ਨੇ ਜਨਾਬੇ ਮੂਸਾ ਕਾਜ਼ਮ ਨੂੰ ਸ਼ਹੀਦ ਕਰਕੇ ਲਾਸ਼ ਜਿਹੜੀ ਬਗਦਾਦ ਦੇ ਪੁਲ ਉੱਤੇ ਰੱਖ ਦਿੱਤੀ ਕਿ ਜਿਹਨੂੰ ਕੋਈ ਹੱਥ ਵੀ ਨਹੀਂ ਸੀ ਲਾ ਰਿਹਾ, ਤੇ ਮਜ਼ਦੂਰਾਂ ਨੇ ਆ ਕੇ ਆਖਿਰਕਾਰ ਉਸ ਲਾਸ਼ ਨੂੰ ਉਠਾਇਆ, ਮਜ਼ਦੂਰਾਂ ਨੇ। ਤੇ ਉਸ ਤੋਂ ਬਾਅਦ ਇਮਾਮ ਅਲੀ ਰਜ਼ਾ ਜਿਹੜੇ ਕਿ ਇਹਨਾਂ ਦੇ ਬੇਟੇ ਸਨ, ਉਹਨਾਂ ਨੇ ਜਨਾਜ਼ਾ ਪੜ੍ਹਾਇਆ। ਤੇ ਉਹਨਾਂ ਤੋਂ ਪੁੱਛਿਆ ਗਿਆ, ਉਹਨਾਂ ਦੇ ਮੰਨਣ ਵਾਲਿਆਂ ਨੇ ਸਵਾਲ ਕੀਤਾ ਕਿਸੇ ਨੇ ਕਿ ਮੌਲਾ ਇਮਾਮ ਜਾਫਰ ਸਾਦਕ ਸੱਲੱਲਾਹੁ ਅਲੈਹਿ ਵਸੱਲਮ ਦੇ ਜਨਾਜ਼ੇ ਵਿੱਚ 13 ਲੱਖ ਲੋਕਾਂ ਨੇ ਸ਼ਿਰਕਤ ਕੀਤੀ, ਘੱਟੋ ਘੱਟ 13 ਲੱਖ ਲੋਕਾਂ ਨੇ, ਤੇ ਇਮਾਮ ਮੂਸਾ ਕਾਜ਼ਮ ਤੋਂ ਇਹਨਾਂ ਦੇ ਸ਼ੀਆ ਗਾਫਲ ਕਿਉਂ ਨੇ? ਇਹ ਕੀ ਵਜ੍ਹਾ ਹੋ ਗਈ? ਤੇ ਮੌਲਾ ਨੇ ਫਰਮਾਇਆ, ਇਹ ਇਹੋ ਜਿਹੇ ਸ਼ੀਆ ਨੇ ਜਿਵੇਂ ਕਰਬਲਾ ਦੇ ਵਿੱਚ 9 ਲੱਖ ਮੁਸਲਮਾਨ ਸੀ, ਇਬਾਦਤ ਗੁਜ਼ਾਰ ਸੀ, ਇਬਾਦਤਾਂ ਰੂਹ ਤੇ ਸੀ, ਅਲਹਾਜ ਸਨ, ਨਮਾਜ਼ੀ ਸਨ, ਰੋਜ਼ੇਦਾਰ ਸਨ, ਮਗਰ ਸਿਰਫ ਇਮਾਮ ਜ਼ਮਾਨਾ ਤੋਂ ਗਾਫਲ ਸਨ, ਯਾਨੀ ਕਿ ਆਪਣੇ ਵਕਤ ਦੇ ਇਮਾਮ ਜਨਾਬੇ ਹੁਸੈਨ ਸੱਲੱਲਾਹੁ ਅਲੈਹਿ ਵਸੱਲਮ ਤੋਂ ਗਾਫਲ ਸਨ। ਮੌਲਾ ਮੂਸਾ ਕਾਜ਼ਮ ਦੇ ਸ਼ੀਆ ਨੇ ਨਾ ਤੇ ਕੋਈ ਤਹਿਰੀਕ ਚਲਾਈ ਕਿ ਇਹਨਾਂ ਨੂੰ ਰਿਹਾਈ ਦਿਲਾਈ ਜਾ ਸਕੇ, ਨਾ ਹੀ ਕੋਈ ਅਮਲੀ ਨੁਸਰਤ ਪੇਸ਼ ਕੀਤੀ ਕਿ ਮੌਲਾ ਨੂੰ, ਮਤਲਬ ਕੋਈ ਨੁਸਰਤ ਪੇਸ਼ ਕੀਤੀ, ਨਾ ਕੋਈ ਰਿਹਾਈ ਦਾ ਕੋਈ ਵਾਸਤੇ ਕੋਈ ਕੰਮ ਕੀਤਾ। ਆਖਰ ਕੀਤਾ ਕੀ? ਸਿਰਫ ਆਪਣੇ ਇਮਾਮ ਤੋਂ ਗਾਫਲ ਸਨ ਤੇ ਯਜ਼ੀਦੀ ਲਸ਼ਕਰ ਦੇ ਮਿਸਲ ਬਣੇ। ਤਮਾਮ ਤਰ ਇਬਾਦਤ ਦੇ ਬਾਵਜੂਦ, ਮਜਾਲਸ ਦੇ ਬਾਵਜੂਦ, ਅਜ਼ਾਦਾਰੀਆਂ ਦੇ ਬਾਵਜੂਦ, ਜਸ਼ਨਾਂ ਦੇ ਬਾਵਜੂਦ, ਉਹ ਲਸ਼ਕਰੇ ਯਜ਼ੀਦੀ ਦੀ ਮਿਸਲ ਬਣੇ, ਆਪਣੇ ਵਕਤ ਦੇ ਇਮਾਮ ਤੋਂ ਗਾਫਲ ਹੋ ਕੇ। ਅਗਰ ਗੱਲ ਅੱਜ ਦੀ ਕਰੀਏ, ਅਗਰ ਗੱਲ ਅੱਜ ਦੀ ਕਰ ਲਈਏ, ਮੌਲਾ ਮਹਦੀ ਸੱਲੱਲਾਹੁ ਅਲੈਹਿ ਵਸੱਲਮ ਦੀ ਗੈਬਤ ਵੀ ਇਹੋ ਜਿਹੀ ਗੈਬਤ ਹੀ ਹੈ ਕਿ ਜਿਵੇਂ ਨੂਹ ਅਲੈਹਿਸਲਾਮ ਦੇ ਮੁੰਡੇ ਦੀ ਨਜ਼ਰ ਵਿੱਚ ਨੂਹ ਅਲੈਹਿਸਲਾਮ ਗਾਇਬ ਸਨ, ਵਕਤ ਦੀ ਹੁਜਤ ਗਾਇਬ ਸੀ, ਉਹਨੂੰ ਪਿਓ ਤੇ ਨਜ਼ਰ ਆ ਰਿਹਾ ਸੀ ਪਰ ਵਕਤ ਦੀ ਹੁਜਤ ਨਜ਼ਰ ਨਹੀਂ ਸੀ ਆ ਰਹੀ। ਯੂਸਫ ਅਲੈਹਿਸਲਾਮ ਦੀ ਗੈਬਤ ਵੀ ਐਵੇਂ ਹੀ ਸੀ ਕਿ ਆਪਣੇ ਭਰਾਵਾਂ ਦੀ ਨਜ਼ਰ ਦੇ ਵਿੱਚ, ਉਹਨਾਂ ਦੇ ਭਰਾਵਾਂ ਨੂੰ ਇਹ ਤਾਂ ਪਤਾ ਲੱਗਦਾ ਸੀ ਇਹ ਯੂਸਫ ਹੈ, ਪਰ ਉਹਨਾਂ ਨੂੰ ਇਹ ਨਹੀਂ ਸੀ ਨਜ਼ਰ ਆ ਰਿਹਾ ਕਿ ਵਕਤ ਦੀ ਹੁਜਤ ਹੈ, ਉਹਨਾਂ ਵਾਸਤੇ ਯੂਸਫ ਗਾਇਬ ਸੀ। 9 ਲੱਖ ਯਜ਼ੀਦੀਆਂ ਦੀ ਨਜ਼ਰ ਵਿੱਚ ਮੌਲਾ ਹੁਸੈਨ ਗਾਇਬ ਸਨ ਜੀ, ਉਹਨਾਂ ਦੇ ਸਾਹਮਣੇ ਸਿਰਫ ਹੁਸੈਨ ਖੜਾ ਸੀ, ਉਹਨਾਂ ਨੂੰ ਇਹ ਨਹੀਂ ਪਤਾ ਇਹ ਵਕਤ ਦੀ ਹੁਜਤ ਹੈ। ਗੱਲ ਸਮਝ ਰਹੇ ਹੋ? ਇਸੇ ਤਰ੍ਹਾਂ ਹੀ ਉਹਨਾਂ ਦੀ ਨਜ਼ਰ ਵਿੱਚ ਇਹ ਸਾਰੀ ਗੈਬਤਾਂ ਸੀ ਤੇ ਮੌਲਾ ਵੀ ਤਾਂ ਗਾਇਬ ਨੇ। ਕਿ ਮੌਲਾ ਦੀ ਗੈਬਤ ਇੱਕ ਜ਼ਿੰਦਾਨ ਦੀ ਮਾਨਿਦ ਨਹੀਂ? ਅਸੀਂ ਆਪਣੀ ਹਾਲਤ ਗੈਬਤ ਦੇ ਵਿੱਚ ਮੌਲਾ ਵਾਸਤੇ ਕੀ ਕਰ ਰਹੇ ਹਾਂ? ਅਸੀਂ ਵੀ ਇਬਾਦਤ ਕਰ ਰਹੇ ਹਾਂ, ਮਜਾਲਸ ਵੀ ਕਰਾ ਰਹੇ ਹਾਂ, ਜਸ਼ਨ ਵੀ ਕਰ ਰਹੇ ਹਾਂ, ਅਜ਼ਾਦਾਰੀਆਂ ਵੀ ਕਰ ਰਹੇ ਹਾਂ, ਰੋ ਵੀ ਰਹੇ ਹਾਂ, ਜ਼ੰਜੀਰ ਜ਼ਨੀ ਵੀ ਕਰ ਰਹੇ ਲੋਕ, ਲੇਕਿਨ ਮੌਲਾ ਵਾਸਤੇ ਕੀ ਕਰ ਰਹੇ ਜੀ? ਉਹ ਗੈਬ ਹੈ, ਗੈਬ ਹੈ, ਗੈਬ ਹੈ। ਹਾਲਾਂਕਿ ਮੌਲਾ ਫਰਮਾਉਂਦੇ ਨੇ ਜਦੋਂ ਮੌਲਾ ਜ਼ਾਹਰ ਹੋਣਗੇ ਨਾ, ਮੌਲਾ ਮਹਦੀ ਜ਼ਾਹਰ ਹੋਏਗਾ, ਹਰ ਬੰਦਾ ਕਹੇਗਾ ਮੈਂ ਇਹਨੂੰ ਪਹਿਲੇ ਵੇਖਿਆ, ਮੈਂ ਇਹਨੂੰ ਪਹਿਲੇ ਵੇਖਿਆ, ਕਾਸ਼ ਮੈਂ ਇਹਨੂੰ ਪਹਿਚਾਨ ਲੈਂਦਾ, ਕਾਸ਼ ਮੈਂ ਇਹਨੂੰ ਉਸ ਵਕਤ ਪਹਿਚਾਨ ਲੈਂਦਾ। ਮੌਲਾ ਤੇ ਕੈਸੀ ਗੈਬਤ, ਮੈਂ ਉੱਤੇ ਮਿਸਾਲਾਂ ਦਿੱਤੀਆਂ ਤੁਹਾਨੂੰ। ਹਾਲਾਂਕਿ ਮੌਲਾ ਫਰਮਾਉਂਦਾ ਮੈਂ ਮਿਸਲੇ ਯੂਸਫ ਹਾਂ, ਬਾਇਤਬਾਰੇ ਜ਼ਾਤ ਨਹੀਂ, ਬਾਇਤਬਾਰੇ ਹਾਲਾਤ, ਕਿ ਉਹਦੇ ਸਕੇ ਭਰਾ ਨਹੀਂ ਸੀ ਪਹਿਚਾਨ ਰਹੇ ਕਿ ਇਹ ਯੂਸਫ ਹੈ, ਜਿੰਨੀ ਦੇਰ ਯੂਸਫ ਨੇ ਆਪ ਪਹਿਚਾਨ ਨਾ ਕਰਵਾਈ। ਗੱਲ ਕਰਨ ਦਾ ਮਕਸਦ ਹਰ ਬੰਦਾ ਕਹੇਗਾ ਕਿ ਮੈਂ ਪਹਿਲੇ ਇਹਨੂੰ ਵੇਖਿਆ ਹੈ। ਤੇ ਮੌਲਾ ਦਾ ਫਰਮਾਨ ਵੀ ਤੇ ਹੈ ਨਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ
कि जिहड़ा बंदा भी अपने वक़्त दे इमाम तो पहचाने बगैर मरिया ਉਹ ਕੁਫਰ ਤੇ ਜਹਾਲਤ ਤੇ ਮਰਿਆ, ਜਹਾਲਤ ਦੀ ਮੌਤ ਮਰਿਆ, ਜਹਾਲਤ ਦੀ ਮੌਤ ਮਰਿਆ ਤੇ ਇਹਦਾ ਮਤਲਬ ਪਹਿਚਾਣਿਆ ਜਾ ਸਕਦਾ ਹੈ ਆ ਤੇ ਪਹਿਚਾਣਿਆ ਜਾ ਰਿਹਾ ਜੇ ਗਾਇਬ ਹੈ ਤੇ ਪਹਿਚਾਨਣਾ ਕਿਉਂ ਇੱਕ ਚੀਜ਼ ਚਲੋ ਮੈਂ ਕਹਿੰਦਾ ਮੈਨੂੰ ਪਹਿਚਾਨ ਲਵੋ ਮੈਂ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਮੈਂ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਤੁਸੀਂ ਮੈਨੂੰ ਕਿਵੇਂ ਪਹਿਚਾਣੋਗੇ ਨਹੀਂ ਪਹਿਚਾਣ ਸਕਦੇ ਮੈਨੂੰ ਜੇ ਪਹਿਚਾਨਣ ਦਾ ਹੁਕਮ ਉੱਥੇ ਹੀ ਆਉਂਦਾ ਜਿੱਥੇ ਚੀਜ਼ ਤੁਹਾਡੇ ਸਾਹਮਣੇ ਹੋਵੇ ਚੀਜ਼ ਸਾਹਮਣੇ ਵੀ ਹੋਵੇ ਮਾਲਕ ਦਾ ਫਰਮਾਨ ਹੀ ਹੈ ਮੈਨੂੰ ਲੱਭੋ ਨਾ ਮੈਨੂੰ ਬਸ ਪਹਿਚਾਣੋ ਜਦੋਂ ਤੁਹਾਡਾ ਸਿਰਫ ਪਹਿਚਾਨਣ ਦਾ ਮਕਸਦ ਹੋਇਆ ਨਾ ਤੇ ਉਦੋਂ ਫਿਰ ਪਹਿਚਾਨ ਉਹ ਅਤਾ ਕਰ ਵੀ ਦੇਗਾ ਬਾਕੀ ਲਿਹਾਜ਼ਾ तमाम मजालिस तमाम आज़ादारियां ਦੇ ਬਾਵਜੂਦ तमाम ਇਬਾਦਤ ਦੇ ਬਾਵਜੂਦ ਇਹ ਮੇਰੀ तमाम ਮੁਸਲਮਾਨਾਂ ਵਾਸਤੇ ਵੀ ਤੇ ਜਿਹੜੇ ਆਪਣੇ ਆਪ ਨੂੰ ਸ਼ੀਆ ਕਹਿੰਦੇ ਨੇ ਜਾਂ ਜਿਹੜੇ ਗੈਰ ਸ਼ੀਆ ਕਹਿੰਦੇ ਨੇ ਹੈ ਤੇ ਮੁਸਲਮਾਨ ਹੀ ਮੇਰੀ ਉਹਨਾਂ ਵਾਸਤੇ ਵੀ ਗੁਜ਼ਾਰਿਸ਼ ਹੈ ਕਿ ਜਿਹੜੇ ਕਹਿੰਦੇ ਨੇ ਨਾ ਕਿ ਵੇਖੋ ਜੀ ਵਕਤ ਦੀ ਹੁਜਤ ਬਹੁਤ ਲਾਜ਼ਮੀ ਹੈ ਉਹਨਾਂ ਜੋ ਵੀ ਉਹਨਾਂ ਦੀ ਇਬਾਦਤ ਨੇ ਕਿਉਂਕਿ ਇੱਥੇ ਮੈਂ ਮਜਾਲਿਸ ਦਾ ਜ਼ਿਕਰ ਕੀਤਾ ਆਜ਼ਾਦਾਰੀਆਂ ਦਾ ਜ਼ਿਕਰ ਕੀਤਾ ਅਗਰ ਮੈਂ तमाम ਇਬਾਦਤ ਦਾ ਵੀ ਜ਼ਿਕਰ ਕੀਤਾ ਚਾਹੇ ਉਹਨਾਂ ਦੀ ਨਮਾਜ਼ ਰੋਜ਼ਾ ਹਜ ਜ਼ਕਾਤ ਭਾਵੇਂ ਕੁਰਾਨ ਦੇ ਕਾਰੀ ਕਿਉਂ ਨਹੀਂ ਉਹ ਵੀ ਸ਼ਾਮਲ ਹੋ ਗਏ ਨੇ ਅਗਰ ਉਹ ਆਪਣੇ ਵਕਤ ਦੇ ਇਮਾਮ ਤੋਂ ਗਾਫਲ ਹੈ ਨਾ ਲੋਕਾਂ ਦੀ ਨਜ਼ਰ 'ਚ ਮਹਿਦੀ ਹੈ ਕੋਈ ਮਹਿੰਦੀ ਕਹਿ ਦਿੰਦਾ ਹੈ ਠੀਕ ਹੈ ਕੋਈ ਮਾਹਦੀ ਕਹਿ ਦਿੰਦਾ ਹੈ ਠੀਕ ਹੈ ਤੇ ਕੁਛ ਸਾਹਬੇ ਮਾਰਫਤ ਹਾਦੀ ਕਹਿੰਦੇ ਨੇ ਜਿਨ੍ਹਾਂ ਨੂੰ ਮਾਰਫਤ ਹੈ ਕੁਛ ਮਾਰਫਤ ਹੈ ਜਿਨ੍ਹਾਂ ਨੂੰ ਲਿਹਾਜ਼ਾ ਸਾਡਾ ਸ਼ੁਮਾਰ ਵੀ 9 ਲੱਖ ਯਜ਼ੀਦੀਆਂ ਵਿੱਚ ਹੀ ਹੋਏਗਾ ਕਿ ਅਗਰ ਅਸੀਂ ਆਪਣੇ ਵਕਤ ਦੇ ਇਮਾਮ ਤੋਂ ਗਾਫਲ ਹਾਂ ਸਾਡਾ ਅਲ ਅਜਲ ਕਹਿਣਾ ਵੀ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕੂਫਾ ਦੇ ਖਤ ਸੀ ਉਹਨਾਂ ਦੀ ਮਿਸਲ ਬਣ ਜਾਂਦਾ ਹੈ ਕਿ ਅਸੀਂ ਵਕਤ ਦੇ ਇਮਾਮ ਤੋਂ ਗਾਫਲ ਸਾਂ ਲੇਕਿਨ ਅਲ ਅਜਲ ਵੀ ਕਹਿੰਦੇ ਰਹੇ ਅਸੀਂ ਨੁਸਰਤ ਵਾਸਤੇ ਵੀ ਤਿਆਰ ਨਹੀਂ ਸਾਂ ਲੇਕਿਨ ਅਲ ਅਜਲ ਕਹਿੰਦੇ ਰਹੇ ਸਾਡਾ ਸ਼ੁਮਾਰ ਵੀ 9 ਲੱਖ ਯਜ਼ੀਦੀਆਂ 'ਚ ਸ਼ਾਮਲ ਹੋਏਗਾ ਸਾਡਾ ਸ਼ੁਮਾਰ ਵੀ ਉੱਥੇ ਹੀ ਹੋਏਗਾ ਅਗਰ ਅਸੀਂ ਆਪਣੇ ਇਮਾਮ ਜ਼ਮਾਨਾ ਨੂੰ ਨਹੀਂ ਪਹਿਚਾਣਦੇ ਉਹਦੀ ਨੁਸਰਤ ਵਾਸਤੇ ਤਿਆਰ ਨਹੀਂ ਹੁੰਦੇ ਬਾਕੀ ਸਾਡੀ ਕੈਸੀ ਬਦਕਿਸਮਤੀ ਹੈ ਕਿ ਅਸੀਂ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣਾਂ ਤੇ ਖੋਲ ਕੇ ਲਾਨਤ ਵੀ ਨਹੀਂ ਕਰ ਸਕਦੇ ਇਹ ਸਾਡਾ ਮਿਆਰ ਬਣ ਗਿਆ ਓਏ ਹੋਏ ਬਾਕੀ ਲਾਨਤ ਹੋਵੇ ਅੱਲਾ ਦੀ ਉਹਦੇ ਫਰਿਸ਼ਤਿਆਂ ਦੀ तमाम ਲਾਨਤ ਕਰਨ ਵਾਲਿਆਂ ਦੀ ਜਿਨ੍ਹਾਂ ਵੀ ਆਲੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਤੇ ਜ਼ੁਲਮ ਕੀਤਾ ਹੈ ਸਾਡੀ ਬਸ ਦੁਆ ਹੈ ਕਿ अल अजल या इमाम अल मुंतकिम अल अजल इंतकाम या इमाम अल मुंतकिम अल अजल हुब्बे अली रहमतुल्लाह बुग़्ज़े अली लानतुल्लाह बेशुमार।